ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ। ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਨਾਲ, ਜਿਹੜੇ ਕਿ ਸਾਡੇ ਨਾਲ ਸਾਂਝ ਪਾਉਣਗੇ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਦੇ ਉੱਤੇ। ਸੇਵਾ ਜਿਹੜੀ ਹੈਗੀ ਹੈ, ਇਸ ਦੇ ਬਾਰੇ ਅਸੀਂ ਆਮ ਤੌਰ ਤੇ ਸੁਣਦੇ ਹਾਂ ਕਿ ਇਹ ਸਾਡਾ ਇੱਕ ਬਹੁਤ ਵੱਡਾ ਸਤੰਭ ਹੈ ਸਿੱਖੀ ਦਾ। ਪਰ ਸੇਵਾ ਨੂੰ ਅਸੀਂ ਕਿਸ ਨਜ਼ਰੀਏ ਨਾਲ ਦੇਖ ਰਹੇ ਹਾਂ? ਕਿ ਸੇਵਾ ਸਿਰਫ ਗੁਰਦੁਆਰੇ ਤੱਕ ਜਾ ਕੇ ਅਸੀਂ ਸੇਵਾ ਜੋ ਕਰ ਲਈ ਉਸ ਤੱਕ ਸੀਮਤ ਰਹਿਣਾ ਹੈ, ਜਾਂ ਸੇਵਾ ਦਾ ਜਿਹੜਾ ਕਨਸੈਪਟ ਹੈ ਗੁਰੂ ਸਾਹਿਬ ਨੇ ਉਸ ਬਾਰੇ ਸਾਨੂੰ ਕੁਝ ਹੋਰ ਦੱਸਿਆ ਹੈ? और इसी संबंध में जानकारी लेने भाई साहब भाई राम सिंह जी तो। जी हाँ जी, वाहिगुरू जी का खालसा वाहिगुरू जी का खालसा वाहिगुरू जी की फतेह। तो भाई साहब थोड़ा जिहा तुहाडे बारे पहलां जानना चाहांगे। ऑफ कोर्स बहुत सारे दर्शक तुहानूं जाणदे ने, जदों भी तुसीं इत्थे आंदे हो समां कढ के साडे कोल आके सांझ पांदे हो, थोड़ा जिहा तुहाडा पिछोकड़ ते तुहाडा इस पासे इंटरस्ट किवें आया जी? ਵੀਰ ਜੀ ਪਿਛਲੇ ਸਾਲ ਵੀ ਆਪਾਂ ਜਦੋਂ ਦਰਸ਼ਕਾਂ ਦੇ ਨਾਲ ਸਾਂਝ ਪਾਈ ਸੀ ਤੇ ਤੁਹਾਡਾ ਵੀ ਦਰਸ਼ਕਾਂ ਦਾ ਪ੍ਰਬੰਧਕਾਂ ਦਾ ਸਾਰਾ ਧੰਨਵਾਦ। ਮੇਰੇ ਬਾਰੇ ਮੈਂ ਇਤਨਾ ਕਹਾਂਗਾ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਜੀ, ਜਿੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ, ਉਸ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਮੇਰਾ ਇੱਕ ਛੋਟਾ ਜਿਹਾ ਪਿੰਡ ਚਹਿਲਾਂ ਜੀ, ਉੱਥੋਂ ਅੱਜ ਤੋਂ 22 ਸਾਲ ਪਹਿਲਾਂ ਪ੍ਰਚਾਰ ਦੀ ਸੇਵਾ, ਇਹ ਮੇਰੇ ਪਿਤਾ ਜੀ ਦਾ ਇੱਕ ਸੁਪਨਾ ਸੀ। ਬਚਪਨ ਤੋਂ ਹੀ ਇਹ ਚੀਜ਼ਾਂ ਸਾਰੀਆਂ ਉਕਰਦੇ ਰਹੇ ਸਨ। ਇੱਕੋ ਇੱਕ ਤੜਫ ਹੈ ਕਿ ਸਾਡੀ ਆਉਣ ਵਾਲੀ ਜੋ ਜਨਰੇਸ਼ਨ ਹੈ ਜੀ, ਉਸ ਨੂੰ ਅਸੀਂ ਗੁਰਮਤ ਦੇ ਗੁਰਬਾਣੀ ਦੇ ਅਸਲੀ ਮਾਇਨੇ ਸਮਝਾ ਸਕੀਏ, ਤਾਂ ਕਿ ਉਹ ਜਿਹੜਾ ਗੁਰਮਤ ਦਾ ਕਨਸੈਪਟ ਹੈ ਅਗਲੀ ਪੀੜ੍ਹੀ ਤੱਕ ਜਾ ਸਕੇ। ਜਿੱਥੇ 14 ਸਾਲ ਤਕਰੀਬਨ ਇੰਡੀਆ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ, ਵਿਸ਼ੇਸ਼ ਤੌਰ 'ਤੇ ਦਿੱਲੀ, ਬੰਬੇ ਔਰ ਪੰਜਾਬ ਦੇ ਅੰਦਰ ਜੀ ਵੱਖ-ਵੱਖ ਪਹਿਲੂ ਵਿੱਚ ਵਿਚਰਨ ਦਾ ਸਮਾਂ ਮਿਲਿਆ। ਬੱਚਿਆਂ ਦੇ ਗੁਰਮਤ ਕੈਂਪ, ਗੁਰਮਤ ਕਲਾਸਾਂ, ਕੁਇਜ਼ ਕੰਪੀਟੀਸ਼ਨਸ, ਗੁਰਬਾਣੀ ਅੰਤਾਕਸ਼ਰੀ ਕੰਪੀਟੀਸ਼ਨਸ, ਫਿਰ ਤਕਰੀਬਨ 27-28 ਦੇਸ਼ਾਂ ਦੇ ਵਿੱਚ, ਜਿਨ੍ਹਾਂ ਵਿੱਚੋਂ ਪਿਛਲੇ ਸਾਲ ਇੱਥੇ ਵੀ ਤੁਹਾਡੇ ਨਾਲ ਤੇ ਦਰਸ਼ਕਾਂ ਨਾਲ ਸਾਂਝ ਹੋਈ। ਬਿਲਕੁਲ। ਤੇ ਅੱਜ ਫਿਰ ਤੁਸੀਂ ਬਹੁਤ ਖੂਬ ਇੱਕ ਚੀਜ਼ ਵਿਲੱਖਣਤਾ ਜੋ ਮੈਂ ਤੁਹਾਡੀ ਦੇਖੀ ਕਿ ਤੁਸੀਂ ਟੈਕਨੋਲੋਜੀ ਦੀ ਵਰਤੋਂ ਕਰਕੇ, ਖਾਸ ਤੌਰ 'ਤੇ ਕਿਉਂਕਿ ਅੱਜ ਜ਼ਮਾਨਾ ਬਦਲ ਗਿਆ ਹੈਗਾ, ਸਿਰਫ ਜੇ ਵਨ ਸਾਈਡਡ ਗੱਲਬਾਤ ਹੋਏ ਤਾਂ ਉਸ ਨਾਲ ਅਸੀਂ ਪ੍ਰੇਰਿਤ ਨਹੀਂ ਕਰ ਸਕ ਰਹੇ, ਖਾਸ ਤੌਰ 'ਤੇ ਆਪਣੇ ਬੱਚਿਆਂ ਨੂੰ। ਸੋ ਤੁਹਾਡਾ ਇਹ ਪਾਸੇ ਇੰਟਰਸਟ ਕਿਵੇਂ ਆਇਆ ਕਿ ਟੈਕਨੋਲੋਜੀ ਦੀ ਵੀ ਉਨੀ ਹੀ ਵਰਤੋਂ ਕੀਤੀ ਜਾਏ ਜਿੰਨਾ ਕਿ, ਕਿਉਂਕਿ ਅੱਜ ਮਾਧਿਅਮ ਜੋ ਅਸੀਂ ਯੂਜ਼ ਕਰਦੇ ਹਾਂ, ਅੱਜ ਇੱਕ ਵੱਡੀ ਸਮੱਸਿਆ ਇਹੀ ਦੇਖ ਰਹੇ ਹਾਂ ਕਿ ਗੁਰਦੁਆਰਿਆਂ ਵਿੱਚ ਜਦੋਂ ਸਾਡੇ ਪ੍ਰਚਾਰਕ ਆਉਂਦੇ ਨੇ, ਗੱਲਬਾਤ ਹੋ ਜਾਂਦੀ, ਉਹ ਕਰਕੇ ਚਲੇ ਜਾਂਦੇ ਨੇ, ਤੇ ਜਿਹੜੇ ਬੱਚੇ ਨੇ ਉਹਨਾਂ 'ਚੋਂ 99% ਇਹੀ ਸੁਣਨ ਨੂੰ ਮਿਲਦਾ ਹੈ ਜੀ ਸਾਨੂੰ ਸਮਝ ਨਹੀਂ ਆਈ। ਸੋ ਇਸ ਨੂੰ ਮੁੱਖ ਰੱਖ ਕੇ ਕੀ ਤੁਸੀਂ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹੋ ਜਾਂ ਕੋਈ ਹੋਰ ਕਾਰਨ ਹੈ? ਵੀਰ, ਇੱਕ ਤੇ ਜਦੋਂ ਮੈਂ ਇਤਿਹਾਸ ਵਿੱਚੋਂ ਦੇਖਿਆ ਜੀ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਬੜਾ ਕਮਾਲ ਦਾ ਕਨਸੈਪਟ ਸੀ। ਉਹ ਗੁਰਸਿੱਖਾਂ ਦੇ ਨਾਲ ਇੰਟਰੈਕਸ਼ਨ ਕਰਦੇ ਸੀ, ਜਿਸ ਚੀਜ਼ ਨੂੰ ਅਸੀਂ ਹਾਈਲਾਈਟ ਨਹੀਂ ਕਰ ਸਕੇ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਬੇਕਸਰ ਸਾਹਿਬ ਜੀ, ਜਿੱਥੇ 6ਵੇਂ ਪਾਤਸ਼ਾਹ ਆਪ ਗੁਰਸਿੱਖਾਂ ਨੂੰ ਗਿਆਨ ਵੰਡਦੇ ਸਨ, ਯਾਨੀ ਡਾਇਲੋਗ ਸੈਸ਼ਨ। ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਕਬੀਰ ਜੀ ਦਾ, ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੁਲਾਭ ਡਿਸਕਸ਼ਨ। ਠੀਕ। ਉਹ ਮਨ ਅੰਦਰ ਉਕਰਿਆ ਹੋਇਆ ਸੀ। 99 ਦੇ ਵਿੱਚ ਬੰਬੇ ਇੱਕ ਪਰਿਵਾਰ ਹੈ, ਉਹ ਮੈਨੂੰ ਕਹਿਣ ਲੱਗੇ, ਭਾਈ ਸਾਹਿਬ ਜੀ ਤੁਸੀਂ ਜਿਵੇਂ ਬੱਚਿਆਂ ਦੀਆਂ ਕਲਾਸਾਂ ਲਾਉਂਦੇ ਹੋ, ਅਗਰ ਤੁਸੀਂ ਕੰਪਿਊਟਰ ਤੇ ਸ਼ੁਰੂ ਕਰੋ ਜੀ। ਮੈਂ ਕਿਹਾ ਜੀ ਮੈਨੂੰ ਕੰਪਿਊਟਰ ਦਾ ਸੱਚ ਹੈ ਵੀ ਮੈਨੂੰ ABC ਵੀ ਨਹੀਂ ਆਉਂਦੀ। ਰਾਈਟ। ਉਹ ਕਹਿੰਦੇ ਉਹ ਸਾਰਾ ਪ੍ਰਬੰਧ ਹੋ ਜਾਏਗਾ। ਤਾਂ 99 ਦੇ ਵਿੱਚ ਮੈਂ ਬੇਸਿਕ ਸਿੱਖਣਾ ਸ਼ੁਰੂ ਕੀਤਾ ਜੀ। ਫਿਰ ਮੈਨੂੰ ਥੋੜਾ ਇੰਟਰਸਟ ਹੋਇਆ ਤੇ ਮੈਂ ਇਹਦੀ ਜਿਹੜੀ ਫਲੈਸ਼, ਫਿਰ ਜਿਹੜੀ ਵੈਬ ਡਿਜ਼ਾਈਨਿੰਗ, ਉਸ ਤੋਂ ਬਾਅਦ ਫਿਰ ਐਡੀਟਿੰਗ, ਸਿਰਫ ਇਸ ਲਈ ਕਿ ਤਾਂ ਕਿ ਮੈਂ ਬੱਚਿਆਂ ਲਈ, ਨੌਜਵਾਨਾਂ ਲਈ ਕੁਛ ਨਵੀਂ ਚੀਜ਼ ਪੇਸ਼ ਕਰ ਸਕਾਂ। ਫਿਰ ਜਦੋਂ ਇਹ ਲੈ ਕੇ ਵਿਚਰਨਾ ਸ਼ੁਰੂ ਕੀਤਾ ਤੇ ਬਹੁਤ ਸਾਰਾ ਰਿਸਪੌਂਸ ਅਗਲੀ ਜਨਰੇਸ਼ਨ ਤੋਂ ਤੇ ਆਮ ਸੰਗਤਾਂ ਤੋਂ, ਪ੍ਰਬੰਧਕਾਂ ਤੋਂ ਆਉਣਾ ਸ਼ੁਰੂ ਹੋਇਆ। ਰਾਈਟ। ਉੱਥੋਂ ਫਿਰ ਅੱਜ ਮੈਨੂੰ ਤਕਰੀਬਨ ਇਹ 13-14 ਸਾਲ ਹੋ ਗਏ ਜੀ। ਬਹੁਤ ਵਧੀਆ ਜੀ। ਚੱਲਦੇ ਹੁਣ ਇੱਕ ਚੀਜ਼ ਹੋਰ ਵੀ ਦੇਖ ਰਹੇ ਜਿਹੜੇ, ਤੇ ਇੱਕ ਪਾਸੇ ਤੁਹਾਡੇ ਵਰਗੇ ਪ੍ਰਚਾਰਕ ਜਿਹੜੇ ਨੇ ਕਿ ਇਸ ਮਾਧਿਅਮ ਰਾਹੀਂ ਜੋ ਹੈ ਲੋਕਾਂ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ, ਪਰ ਨਾਲ ਹੀ ਇੱਕ ਹੋਰ ਵਰਗ ਜਿਹੜਾ ਹੈਗਾ ਹੈ, ਉਹ ਜਿਹੜੀ ਤੁਸੀਂ ਗੋਸ਼ਟੀ ਦੀ ਗੱਲ ਕੀਤੀ, ਉਸ ਨੂੰ ਦਬਾ ਰਿਹਾ ਹੈਗਾ, ਉਸ ਨੂੰ ਕਹਿੰਦਾ ਕਿ ਨਹੀਂ ਤੁਸੀਂ ਸਿਰਫ ਜੋ ਲਿਖਿਆ ਹੈ ਉਸ ਨੂੰ ਸੁਣੋ ਤੇ ਬਸ ਉੱਥੋਂ ਤੱਕ ਸੀਮਤ ਕਰ ਰਿਹਾ ਹੈ। ਇਹ ਜੋ ਦੋ ਵਿਚਾਰਧਾਵਾਂ ਇਸ ਸਮੇਂ ਚੱਲ ਰਹੀਆਂ ਨੇ, ਉਹਦੇ ਕਾਰਨ ਅਗੇਨ ਕਨਫਿਊਜ਼ਨ ਆ ਜਾਂਦੀ ਹੈਗੀ ਹੈ। ਵਿਚਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹਦੇ ਬਾਰੇ ਥੋੜ੍ਹੀ ਗੱਲ ਕਰੀਏ ਕਿ ਵਿਚਾਰ ਦੀ ਕਿੰਨੀ ਇੰਪੋਰਟੈਂਸ ਹੈਗੀ ਸਿੱਖੀ ਦੀ ਵਿੱਚ। ਹਾਂਜੀ ਵੀਰ ਜੀ, ਮੈਂ ਤੇ ਕਹਾਂਗਾ ਕਿ ਜਿਵੇਂ ਸਕੂਲ ਦੇ ਵਿੱਚ ਕਿੰਡਰਗਾਰਟਨ ਦੇ ਬੱਚੇ ਨੇ, ਉਹਨਾਂ ਵਾਸਤੇ ਕੁਝ ਟੀਚਰ ਰੱਖੇ ਹੁੰਦੇ ਨੇ ਜੀ, ਤੇ ਕੁਝ ਟੀਚਰ ਉਹ ਰੱਖੇ ਹੁੰਦੇ ਨੇ ਜਿਨ੍ਹਾਂ ਨੇ ਉਹਨਾਂ ਕੀ ਕੋਰਸ ਕੀਤਾ ਹੁੰਦਾ। ਉਹੀ ਸਟੂਡੈਂਟ ਨੇ, ਉਹੀ ਟੀਚਰ ਨੇ, ਉਹਨਾਂ ਕੋਲ ਸਮਝਾ ਰਹੇ ਨੇ। ਠੀਕ। ਅਸੀਂ ਬਜਾਏ ਕਿ ਉਸ ਸਟਰਕਚਰ ਨਾਲ ਟਕਰਾਉਣ ਦੀ, ਕਿਉਂਕਿ ਸਾਡੀ એનર્ਜੀ ਵੇਸਟ ਹੋਏਗੀ, ਸਾਡਾ ਟਾਈਮ ਵੇਸਟ ਹੋਏਗਾ, ਅਸੀਂ ਉਹ ਜੋ ਕਿੰਡਰਗਾਰਟਨ ਦੇ ਲੈਵਲ ਤੇ ਖੜੇ ਹੈ, ਵਿਸ਼ੇਸ਼ ਫੋਕਸ ਤੇ ਸਾਡੇ ਕੋਲ ਅਗਲੀ ਜਨਰੇਸ਼ਨ ਤੇ ਪਬਲਿਕ ਹੈ ਨਾ, ਸੰਗਤ ਹੈ, ਉਹਨਾਂ ਨੂੰ ਅਸੀਂ ਹੋਰ ਜਿਹੜਾ ਹੈ ਉੱਪਰ ਉਹਨਾਂ ਦਾ ਬੌਧਿਕ ਲੈਵਲ ਉੱਚਾ ਕਰਨ ਵਾਸਤੇ ਅੱਜ ਬਹੁਤ ਜ਼ਰੂਰਤ ਹੈ ਜੀ।
ਤੇ ਜਿਨ੍ਹਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੇਤਨਾ ਬਖਸ਼ੀ ਜਾਂ ਜਿਹਦੇ ਕੋਲ ਜੋ ਵੀ ਪਲੇਟਫਾਰਮਸ ਹੈਗੇ ਨੇ ਜੀ, ਉਸ ਪਲੇਟਫਾਰਮਸ ਨੂੰ ਵਰਤ ਕੇ ਅਸੀਂ ਇੱਕ ਨਵੀਂ ਲਕੀਰ ਕੱਢੀਏ। ਇੱਕ ਆ ਵੀ ਲਕੀਰ ਹੈ ਤੇ ਜਦੋਂ ਨਵੀਂ ਲਕੀਰ ਜਿਹੜੀ ਸਾਹਮਣੇ ਆਏਗੀ ਤੇ ਨੈਚੁਰਲ ਹੈ, ਜਿਹੜੀ ਚੀਜ਼ ਸੁੰਦਰ ਹੋਏਗੀ ਉਸ ਵੱਲ ਧਿਆਨ ਜਾਏਗਾ। ਬਿਲਕੁਲ। ਤੇ ਜਦੋਂ ਅਸੀਂ ਉਹ ਟਕਰਾ ਜਾਂਦੇ ਹਾਂ ਉਸ ਸਿਸਟਮ ਨਾਲ ਤੇ ਉਹ ਫਿਰ ਅਸੀਂ ਉਹਨਾਂ ਦਾ ਬੌਧਿਕ ਲੈਵਲ ਤੇ ਕੀ ਚੁੱਕਣਾ, ਉਹ ਸਾਡੇ ਤੋਂ ਪਿੱਛੇ ਹਟ ਜਾਂਦੇ ਨੇ। ਰਾਈਟ। ਇਸ ਲਈ ਸਾਰੇ ਵਿਸ਼ੇਸ਼ ਚੇਤਨਾ ਦੇ ਵਾਰਸ ਸੱਜਣ, ਵਿਦਵਾਨ ਸੱਜਣ ਅੱਜ ਇੱਕ ਨਵੀਆਂ ਲਕੀਰਾਂ ਐਸੀਆਂ ਕੱਢਣ ਕਿ ਸੰਗਤ ਹੈਰਾਨ ਹੋ ਜਾਵੇ, ਅੱਛਾ ਆ ਵੀ ਖਜ਼ਾਨੇ ਵਿੱਚ ਹੈ। ਰਾਈਟ। ਆਟੋਮੈਟਿਕਲੀ ਉਸ ਪਰ ਆਕਰਸ਼ਿਤ ਹੋਣਾ। ਹਾਂਜੀ, ਕਿਸੇ ਦੀ ਲਕੀਰ ਨੂੰ ਆਪਾਂ ਮਿਟਾਉਣ ਤੇ ਢਾਉਣ ਤੇ એનર્ਜੀ ਵੇਸਟ ਹੋਏਗੀ, ਟਾਈਮ ਵੇਸਟ ਹੋਏਗਾ, ਉਹ ਬੰਦਾ ਸਾਡੇ ਨਾਲ ਲੜੇਗਾ, ਤੁਸੀਂ ਸਾਡੀ ਲਕੀਰ ਨੂੰ ਕਿਉਂ ਛੇੜਿਆ ਜੀ। ਤੇ ਇਸ ਲਈ ਕਿਉਂ ਨਾ ਅਸੀਂ ਨਵੀਆਂ ਲਕੀਰਾਂ ਕੱਢੀਏ। ਪਰ ਇਹ ਨਿੱਜੀ ਤਜਰਬੇ 'ਚ ਮੈਂ ਕਹਿ ਸਕਦਾ ਵੀਰ ਜੀ ਕਿ ਜਦੋਂ ਤੁਸੀਂ ਕੋਈ ਨਵੀਂ ਚੀਜ਼ ਸੰਗਤ ਦੇ ਸਾਹਮਣੇ ਪੇਸ਼ ਕਰਦੇ ਹੋ ਜੀ, ਉਹ 3 ਚੀਜ਼ਾਂ ਦੇਖੇਗਾ। ਮੈਨੂੰ ਇਹਦਾ ਬੈਨੀਫਿਟ ਕੀ ਹੈ, ਠੀਕ। ਨੰਬਰ 2 ਮੇਰੇ ਫੈਮਿਲੀ ਨੂੰ ਬੈਨੀਫਿਟ ਕੀ ਹੈ, ਨੰਬਰ 3 ਮੇਰੇ ਬੱਚਿਆਂ ਨੂੰ ਬੈਨੀਫਿਟ ਕੀ ਹੈ ਜੀ। ਅਗਰ ਇਹ 3 ਚੀਜ਼ਾਂ ਤੁਸੀਂ ਕਵਰ ਕਰ ਗਏ, ਵੀਡੀਓ ਪੁਰਾਣੀ ਲਕੀਰ ਛੱਡ ਕੇ ਨਵੀਂ ਵੱਲ ਨੂੰ ਆਏਗਾ। ਬਹੁਤ ਖੂਬ। ਸੋ ਹੁਣ ਮੁੱਖ ਟੌਪਿਕ ਜਿਹਦੇ ਬਾਰੇ ਅੱਜ ਗੱਲਬਾਤ ਕਰਨਾ ਚਾਹੁੰਦੇ ਹਾਂ ਕਿ ਸੇਵਾ ਦੀ ਬੜੀ ਮਹੱਤਤਾ ਸਾਨੂੰ ਦੱਸੀ ਗਈ ਹੈ। ਹਾਂਜੀ। ਪਰ ਸੇਵਾ ਜਿਹੜੀ ਹੈਗੀ ਹੈ ਗੁਰਬਾਣੀ ਅਨੁਸਾਰ ਕੀ ਸਿਰਫ ਉਹ ਲੰਗਰ ਲਾ ਲੈਣੇ ਜਾਂ ਕਿਸੇ ਨੂੰ ਖਵਾ ਦੇਣਾ ਜਾਂ ਮਾਇਆ ਦੇ ਦੇਣੀ, ਇਹ ਸੇਵਾ ਅਸੀਂ ਇਸ ਨੂੰ ਮੰਨੀਏ ਜਾਂ ਗੁਰਬਾਣੀ ਅਨੁਸਾਰ ਅਸਲ ਵਿੱਚ ਸੇਵਾ ਦਾ ਕੀ ਕਨਸੈਪਟ ਹੈਗਾ? ਹਾਂ ਵਿਦਿਆ, ਆਪਾਂ ਜ਼ਿਆਦਾ ਫੋਕਸ ਕਰੀਏ ਕਿ ਗੁਰਬਾਣੀ ਦਾ ਕਨਸੈਪਟ ਆਪਣੇ ਆਪ ਹੀ ਕਵਰ ਕਰ ਜਾਏਗਾ। ਰਾਈਟ। ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 314 ਜੀ, ਪੇਜ ਨੰਬਰ 314 ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਗੌੜੀ ਰਾਗ ਦਾ ਸ਼ਬਦ ਹੈ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਸੇਵਾ ਤੇ ਗੁਰੂ ਸਾਹਿਬ ਲਈ ਕਰ ਰਹੇ ਹਾਂ ਜੀ। ਗੁਰੂ ਸਾਹਿਬ ਜੀ ਦੇ ਮਨ ਵਿੱਚ ਇਹ ਵਿਚਾਰ ਆਵੇ ਕਿ ਆਈ ਐਮ ਵੈਰੀ ਹੈਪੀ, ਪਰ ਕਿਵੇਂ ਪਤਾ ਲੱਗੇ? ਦੇਖੋ ਕਿਤਨਾ ਕਮਾਲ ਦਾ ਕਨਸੈਪਟ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਜੀ, ਇੱਥੇ ਮੈਂ ਇੱਕ ਦਰਸ਼ਕਾਂ ਤੱਕ ਮੈਸੇਜ ਪਹੁੰਚਾਉਣਾ ਚਾਹਾਂਗਾ, ਜਿਹੜੇ ਵੀ ਗੁਰਬਾਣੀ ਪੜ੍ਹਦੇ ਨੇ, ਸੁਣਦੇ ਨੇ, ਜਿਹੜੇ ਸ਼ਬਦ ਆਏ ਨੇ ਨਾ, ਵਰਤੇ ਗਏ ਨੇ, ਉਹਨੂੰ ਅੱਜ ਦੀ ਮਾਡਰਨ ਲਾਈਫ ਨਾਲ ਰਿਲੇਟ ਕਰਕੇ ਸਮਝਣੇ ਬਹੁਤ ਜ਼ਰੂਰੀ ਨੇ। ਠੀਕ। ਪਾਪ ਜੋ ਨਹੀਂ ਕਰਨਾ ਚਾਹੀਦਾ ਉਹ ਪਾਪ। ਰਾਈਟ। ਇੱਕ ਹੋਰ ਦੇਖੋ ਕਮਾਲ ਦੀ ਚੀਜ਼, ਜਿਹੜਾ ਕਿਸੇ ਦਾ ਕੋਈ ਕਰਮ ਸਾਨੂੰ ਹਰਟ ਕਰ ਰਿਹਾ, ਅਸੀਂ ਕਹਿੰਦੇ ਨਹੀਂ ਕਰਨਾ ਚਾਹੀਦਾ, ਤੇ ਉਹ ਸਾਨੂੰ ਵੀ ਨਹੀਂ ਕਰਨਾ ਚਾਹੀਦਾ। ਬਿਲਕੁਲ, ਸਾਰੇ ਪਾਪ ਨੇ। ਰਾਈਟ। ਅੰਦਰ ਨਫ਼ਰਤ ਹੈ, ਨਫ਼ਰਤ ਨਾਲ ਦੇਖਣਾ ਪਾਪ, ਨਫ਼ਰਤ ਵਿੱਚ ਬੋਲਣਾ ਪਾਪ, ਹਉਮੈ ਵਾਲਾ ਬਿਹੇਵੀਅਰ ਪਾਪ, ਕ੍ਰੋਧ ਵਾਲਾ ਬਿਹੇਵੀਅਰ ਪਾਪ। ਇਹ ਜਿਹੜੇ ਕਰਮ ਨੇ, ਮਿਸ ਡੀਡਸ ਆਪਾਂ ਕਹਿ ਦੇਵੋ ਜੀ, ਅਗਰ ਤੇ ਇਹ ਜ਼ਿੰਦਗੀ 'ਚ ਘਟ ਰਹੇ ਨੇ ਤਾਂ ਗੁਰੂ ਸਾਹਿਬ ਜੀ ਸਾਡੀ ਸੇਵਾ ਤੇ ਸਫਲ ਨੇ। ਠੀਕ। ਜੇ ਨਹੀਂ ਘਟ ਰਹੇ ਤਾਂ ਇਟ ਮੀਨਸ ਕੋਈ ਫਾਲਟ ਹੈ ਤੇ ਉਹ ਫਾਲਟ ਸਾਨੂੰ ਲੱਭਣਾ ਪਏਗਾ। ਉਹਦੇ ਲਈ ਮੈਂ ਇਹ ਜੋ ਸਲਾਈਡ ਤਿਆਰ ਕੀਤੀ ਹੈ ਕਿ ਅਸੀਂ ਆਪਣੀਆਂ ਕੁਝ ਬੈਡ ਹੈਬਿਟਸ ਨੂੰ ਫਾਈਂਡ ਕਰਨਾ ਹੈ ਜੀ। ਇੱਕ ਉਹ ਸਮਾਂ ਸੀ ਜਦੋਂ ਸਾਨੂੰ ਪਤਾ ਹੀ ਨਹੀਂ ਸੀ ਸੇਵਾ ਦਾ, ਫਿਰ ਅਸੀਂ ਸੇਵਾ ਸ਼ੁਰੂ ਕੀਤੀ। ਅੱਜ ਤੱਕ 3 ਪੀਰੀਅਡ ਹੋ ਗਏ ਸੇਵਾ ਤੋਂ ਪਹਿਲਾਂ, ਸੇਵਾ ਸ਼ੁਰੂ ਕਰਨ ਤੇ ਹੁਣ ਤੱਕ ਜੀ। ਕੀ ਸਾਡੀ ਇਰੀਟੇਸ਼ਨ, ਖਿਜਣ ਦੀ ਆਦਤ, ਸਾਡੀ ਇੱਕ ਦੂਸਰੇ ਨਾਲ ਛੋਟੀ ਛੋਟੀ ਗੱਲ ਤੇ ਨਫ਼ਰਤ ਕਰਨੀ, ਇੱਕ ਗੱਲ ਕਿਸੇ ਦੀ ਚੰਗੀ ਨਾ ਲੱਗੇ ਮੁੜ ਕੇ ਅਸੀਂ ਫਤਿਹ ਹੀ ਨਹੀਂ ਮਿਲਾਉਂਦੇ, ਆਈ ਕੰਟੈਂਟ ਹੀ ਉਹਦੇ ਨਾਲ ਛੱਡ ਦੇਣੇ ਨੇ, ਹਨਾ। ਘਰਾਂ 'ਚ, ਰਿਸ਼ਤੇਦਾਰੀਆਂ 'ਚ, ਆਪਣੇ ਸਮਾਜ ਵਿੱਚ ਇਹ ਜੋ ਚੱਲ ਰਿਹਾ, ਫਿਰ ਸਾਡਾ ਛੋਟੀ ਛੋਟੀ ਗੱਲ ਤੇ ਐਂਗਰੀ ਹੋਣਾ, ਸ਼ਾਰਟ ਟੈਂਪਰ ਹੋਣਾ, ਕੀ ਉਹ ਘਟ ਰਿਹਾ? ਅਗਰ ਉਹ ਘਟ ਰਿਹਾ ਤਾਂ ਇੰਪਰੂਵਮੈਂਟ ਹੋ ਰਹੀ ਹੈ। ਗੁਰੂ ਸਾਹਿਬ ਨੂੰ ਸਾਡੇ ਕੀਤੇ ਕਰਮ ਚੰਗੇ ਲੱਗ ਰਹੇ ਨੇ, ਚਾਹੇ ਧਰਮ ਦੇ ਕਰਮ ਹੈ, ਚਾਹੇ ਸੇਵਾ ਹੈ, ਤੇ ਚਾਹੇ ਜੋ ਵੀ ਹੈ ਜੀ। ਇਹਦੇ ਆਪੋਜਿਟ ਇਰੀਟੇਸ਼ਨ ਘਟਦੀ ਹੈ, ਇਟ ਮੀਨਸ ਤੁਹਾਡੇ ਅੰਦਰ ਟੋਲਰੈਂਸ ਪਾਵਰ ਵੱਧ ਰਹੀ ਹੈ। ਠੀਕ। ਜਨ ਸ਼ਕਤੀ ਵੱਧ ਰਹੀ ਹੈ, ਹੈਨਾ। ਜਿਹੜੀ ਇਰੀਟੇਸ਼ਨ ਘਟ ਰਹੀ ਹੈ ਇਹ ਇੰਪਰੂਵਮੈਂਟ ਹੈ। ਜਿਹੜੀ ਟੋਲਰੈਂਸ ਪਾਵਰ ਬਣ ਰਹੀ ਹੈ ਇਹ ਸਮਝ ਲਓ ਬਿਊਟੀਫਾਈ ਹੋ ਰਿਹਾ ਹੈ। ਰਾਈਟ। ਇੰਪਰੂਵਮੈਂਟ ਹੋਣੀ ਚਾਹੀਦੀ ਹੈ ਲਾਈਫ ਦੀ ਤੇ ਬਿਊਟੀਫਾਈ ਹੋਣੀ ਚਾਹੀਦੀ ਹੈ, ਨੇਚਰ ਵੀ, ਥਾਟ ਵੀ। ਜੇ ਤੁਹਾਡੇ ਅੰਦਰ ਨਫ਼ਰਤ ਕਰਨ ਦੀ ਆਦਤ ਘਟ ਰਹੀ ਹੈ, ਇੰਪਰੂਵਮੈਂਟ ਵਿੱਚੋਂ ਨਿਕਲੇਗਾ ਕਿ ਤੁਹਾਡੇ ਸੁਭਾਅ ਵਿੱਚ ਪਿਆਰ ਕਰਨ ਦੀ ਆਦਤ ਵੱਧ ਰਹੀ ਹੈ, ਬਿਊਟੀਫਾਈ ਹੋ ਰਿਹਾ। ਤੀਸਰਾ, ਜੇ ਤੁਹਾਡੀ ਸ਼ਾਰਟ ਟੈਂਪਰ ਦੀ, ਐਂਗਰੀ ਹੋਣ ਦੀ ਆਦਤ ਘਟ ਰਹੀ ਹੈ, ਇਟ ਮੀਨਸ ਤੁਹਾਡੇ ਅੰਦਰ ਪੇਸ਼ੈਂਸ ਵੱਧ ਰਹੇ ਨੇ ਜੀ। ਜੇ ਸਟਿਲ ਅਸੀਂ ਉੱਥੇ ਹੀ ਖੜੇ ਹਾਂ, 10 ਸਾਲ 20 ਸਾਲ 50 ਸਾਲ ਸੇਵਾ ਕਰਦੇ ਹਾਂ, ਇਰੀਟੇਸ਼ਨ ਉੱਥੇ ਹੀ ਖੜੀ ਹੈ, ਹੇਟ ਉੱਥੇ ਹੀ ਹੈ, ਐਂਗਰ ਉੱਥੇ ਹੀ ਹੈ, ਟੋਲਰੈਂਸ ਪਾਵਰ ਨਹੀਂ ਕੋਈ ਵਧੀ, ਸਾਡੇ ਅੰਦਰ ਸੁਭਾਅ ਖੜਾ ਹੈ ਜੀ। ਇਟ ਮੀਨਸ ਸਾਨੂੰ ਸੇਵਾ ਦਾ ਕਨਸੈਪਟ ਸਮਝ ਨਹੀਂ ਲੱਗਿਆ। ਹੁਣ ਕੁਐਸਚਨ ਹੈ
ਵੀ ਉਹ ਸਮਝੀਏ ਕਿਵੇਂ। ਬਿਲਕੁਲ, ਕਿਵੇਂ ਪਤਾ ਚੱਲੇ? ਇੱਕ ਸਿਧਾਂਤ ਗੁਰਬਾਣੀ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 286 ਜੀ, ਪੇਜ ਨੰਬਰ 286, ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ, ਮੇਰਾ ਖਿਆਲ ਹੈ ਸਿੱਖ ਜਗਤ ਵਿੱਚ ਬਹੁਤ ਫੇਮਸ ਹੈ ਜੀ। ਉਸ ਵਿੱਚ ਇੱਕ ਕਨਸੈਪਟ ਦੱਸਿਆ, ਸੇਵਾ ਕਰਤ ਹੋਏ ਨਿਹਕਾਮੀ ਵਿਦਆਊਟ ਐਨੀ ਐਕਸਪੈਕਟੇਸ਼ਨ, ਰਾਈਟ। ਇਟ ਇਜ਼ ਮਾਈ ਮੋਰਲ ਡਿਊਟੀ। ਇਹ ਮੈਂ ਕਰ ਰਿਹਾ ਕਿਉਂਕਿ ਮੇਰੀ ਡਿਊਟੀ ਹੈ। ਇਸ ਡਿਊਟੀ ਦੇ ਬਦਲੇ ਮੈਨੂੰ ਕੀ ਮਿਲੇ ਇਹ ਵਾਹਿਗੁਰੂ ਜੀ ਜਾਣਨ ਜੀ, ਉਹਨਾਂ ਨੂੰ ਜ਼ਿਆਦਾ ਪਤਾ ਹੈ। ਵਿਦਆਊਟ ਐਨੀ ਐਕਸਪੈਕਟੇਸ਼ਨ ਤਿਸਕੋ ਹੋਤ ਪ੍ਰਾਪਤ ਸੁਆਮੀ, ਇੱਕ ਕਨਸੈਪਟ ਇਹ ਹੈ। ਦੂਸਰਾ ਕਨਸੈਪਟ ਭਗਤ ਕਬੀਰ ਜੀ ਦੀ ਬਾਣੀ ਵਿੱਚੋਂ ਜੀ, ਸੇਵਾ ਕਰਨੀ ਕਿਹਦੀ ਹੈ। ਬਿਲਕੁਲ, ਇਹਦੇ ਬਾਰੇ ਜੀ ਕਿ ਕਿਹਦੀ ਸੇਵਾ ਕਰਨੀ, ਇਸ ਬਾਰੇ ਅਸੀਂ ਗੱਲਬਾਤ ਕਰਨੀ ਇਸ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੇ ਜੋ ਤੁਸੀਂ ਜਿਸ ਤਰੀਕੇ ਨਾਲ ਐਕਸਪਲੇਨ ਕਰ ਰਹੇ ਹੋ ਉਸ ਲਈ ਬਹੁਤ ਧੰਨਵਾਦੀ ਹਾਂ, ਕਿਉਂਕਿ ਅੱਜ ਜ਼ਰੂਰਤ ਹੈ ਕਿ ਸਿੰਪਲ ਵਰਡਸ ਦੇ ਵਿੱਚ ਜੇਕਰ ਅਸੀਂ ਐਕਸਪਲੇਨ ਕਰ ਸਕੀਏ। ਹੁਣ ਸੇਵਾ ਦੀ ਹੀ ਜਦੋਂ ਗੱਲ ਕਰਦੇ ਹਾਂ ਤੇ ਮਿਸਾਲ ਦੇ ਤੌਰ ਤੇ ਕਿ ਅਸੀਂ ਸਾਡੇ ਕੋਲ ਸਰਦਾਰ ਹਰਭਜਨ ਸਿੰਘ ਗਰੇਵਾਲ ਜਿਹੜੇ ਹੈਗੇ ਨੇ, ਉਹਨਾਂ ਦੇ ਅਸੀਂ ਧੰਨਵਾਦੀ ਹਾਂ ਕਿ ਉਹ ਹਮੇਸ਼ਾ ਹੀ ਸਾਡੇ ਜਿਹੜੇ ਪ੍ਰਚਾਰਕ ਆਉਂਦੇ ਨੇ, ਕਿਉਂਕਿ ਸਾਡੇ ਕੋਲ ਇੰਨੇ ਰਿਸੋਰਸਿਸ ਨਹੀਂ ਹੈਗੇ, ਉਹ ਲੈ ਕੇ ਆਉਂਦੇ ਨੇ। ਅਸੀਂ ਕਹਿੰਦੇ ਜੀ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ। ਇਸ ਬਾਰੇ ਹੋਰ ਗੱਲਬਾਤ ਕਰਨੀ ਹੈ ਇਸ ਬ੍ਰੇਕ ਤੋਂ ਬਾਅਦ ਜੀ। ਸੋ ਸੇਵਾ ਦਾ ਜਿਹੜਾ ਕਨਸੈਪਟ ਹੈ ਜੀ ਗੁਰਬਾਣੀ ਅਨੁਸਾਰ, ਉਸ ਬਾਰੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਤੇ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਸਾਂਝ ਪਾ ਰਹੇ ਨੇ। ਆਓ ਹੋਰ ਗੱਲਬਾਤ ਕਰਦੇ ਹਾਂ। ਸੋ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਤੁਸੀਂ ਦੱਸ ਰਹੇ ਸੀ ਜੀ ਸੇਵਾ ਕਿਹਦੀ ਕਰਨੀ ਹੈ, ਭਗਤ ਕਬੀਰ ਜੀ ਬਾਰੇ ਦੱਸ ਰਹੇ ਸੀ, ਕੀ ਕਹਿੰਦੇ ਨੇ ਜੀ? ਹਾਂਜੀ, ਇੱਕ ਤੇ ਮੈਂ ਹੋਰ ਗੱਲ ਕਹਿਣੀ ਚਾਹਾਂਗਾ, ਜਦੋਂ ਅਸੀਂ ਗੁਰਬਾਣੀ ਨੂੰ ਸਮਝਾਂਗੇ ਨਾ ਜੀ, ਪਹਿਲਾਂ ਤੇ ਅਰਥ ਸਮਝਣੇ ਪੈਣਗੇ, ਫਿਰ ਕਨਸੈਪਟ ਸਮਝਣੇ ਪੈਣਗੇ, ਤੇ ਅਸੀਂ ਹੈਰਾਨ ਹੀ ਹੋ ਜਾਵਾਂਗੇ ਕਿ ਸ਼ਾਇਦ ਬਹੁਤ ਸਾਰੇ ਕਨਸੈਪਟ ਸਾਡੇ ਤੱਕ ਪਹੁੰਚੇ ਹੀ ਨਹੀਂ, ਜਾਂ ਸਾਨੂੰ ਸਮਝ ਨਹੀਂ ਆਏ, ਜਾਂ ਸਮਝਾਏ ਨਹੀਂ ਗਏ, ਕਿਤੇ ਨਾ ਕਿਤੇ ਕੋਈ ਫਰਕ ਰਹਿ ਗਿਆ ਜੀ। ਭਗਤ ਕਬੀਰ ਜੀ ਪਤਾ ਕੀ ਕਹਿ ਰਹੇ, ਕਬੀਰ ਸੇਵਾ ਕੋ ਦੋਏ ਭਲੇ, एक संत एक राम जी। राम जो दाता मुक्त को, संत जपावै नाम। ठीक। राम वाहिगुरु जी, संत गुरु जी, गुरु साहब। ठीक। हुण गुरु साहब की सेवा की है जी? जे असी गुरबाणी चो सिखीए, श्री गुरु ग्रंथ साहब जी के पावन अंग 223 पेज नंबर 223 जी, गौड़ी राग विच गुरु अर्जन देव साहब जी महाराज जी का शब्द, गुर की सेवा शब्द विचार, हौमै मारै करनी सार। ठीक। गुरु साहब की सेवा है, सतगुरु कहते गुरबाणी दी विचार करनी है। टीचिंग्स की ने, मैनू गुरु साहब जी की दस रहे ने, ते उहदे नाल करना की है? पहला तो अपनी ईगो मैनेज करनी है। बिल्कुल जी। हौमै मारै, साडे घरां विच असीं दुखी हाँ जी, साडी ईगो कारण, रिश्ते डिस्टर्ब हो रहे ने ईगो कारण, समाज समुचा संसार इस दी लपेट विच आ रहा है। हर धर्म दे विच सब तो पहला कॉन्सैप्ट है सिर धरती ते रखना। ठीक। उन्होंने सलाम कह लो, मत्था टेकना कह लो, जो मर्जी शब्द दे दो, जेड़ा सिर हर वेले उच्चा है, जिस सिर विच मत है जी, उसनूं धरती ते रखना है। ठीक। सिख जगत अंदर सब तो कीमती बात जिहड़ी मंगी गई, दात मंगी गई, सिखां दा मन नीवा, मत उच्ची, मत उच्ची। मन नीवा नहीं होएगा ते असीं अंदरों डिस्टर्ब, बाहरों डिस्टर्ब जी। सानू बहुत सारे घर ऐसे मिल जाणगे वीर जी, जिन्हां घरां विच बड़ा प्यार, बड़ी एकता, बड़ा इतफाक, बच्चे आग्याकार, बस फाइंड करके देख लेना मन नीवें ने, आखो वाहिगुरू उन्हां दे मन नीवें ने जी। जदों सानू किसी दा भी सुभाव, सोच, किसी दा जीवन इंप्रैस कर रहा है, साडे अंदरों आवाज़ निकलदी, वाह। पिछे जिहा वीर जी मैं एक गल कही जी, संगत नाल सांझी कीती, गुरबाणी अंदर जदों शब्द आउंदा वावे नूं कन्ना हाहे नूं औंकड़ जी, जां बब्बे नूं कन्ना हाहे नूं औंकड़, ते आम असीं उहनूं पढ़दे आ वाह वाह गोबिंद सिंह आपे गुरचेला जी, है ना, जां वाह वाह बाणी निरंकार है जी। तो मैं उत्थे सांझ कीती सी भी जे गोरियां नूं ये लिखिया जाए ना WAHU, ये तो कमाल ही करदे, वाओ वाओ बाणी निरंकार है, कैसी कमाल दी फीलिंग दा शब्द सी है। राइट। ते दुनिया हैरान रह जाएगी कि जदों सानू किसी दी लाइफ देख के असीं कहने वाओ, इंप्रैस हो जाना, इट मीनस उन्हां दा मन नहीं मैं। ठीक। सैकेंड, हौमै मारे करनी सार, करनी क्योंकि गुरबाणी मन दे परथाए है जी।
ਮਨ ਅੱਖਾਂ ਰਾਹੀਂ ਕਰਮ ਕਰਦਾ ਹੈ। ਹੂੰ ਇੱਕ ਮੈਲਾ ਕਰਮ ਹੈ, ਸਭ ਨੂੰ ਪਤਾ ਹੈ। ਜਿਹੜੀ ਨਜ਼ਰ ਸਾਨੂੰ ਚੋਟ ਮਾਰ ਦਿੰਦੀ ਹੈ, ਸਾਨੂੰ ਡੋਮੀਨੇਟ ਵੀ ਕਰਦੀ ਹੈ, ਅਸੀਂ ਇਸ਼ਾਰੇ ਨਾਲ ਵੀ ਦੂਸਰੇ ਨੂੰ ਡੋਮੀਨੇਟ ਕਰਦੇ ਹਾਂ ਜੀ, ਉਹ ਸਮਾਜ ਦੇ ਅੰਦਰ ਰੁੱਖਾਪਣ ਪੈਦਾ ਕਰ ਰਹੀ ਹੈ, ਹੂੰ ਸਮਾਜ ਦੇ ਅੰਦਰ ਕੁੜੱਤਣ ਪੈਦਾ ਕਰ ਰਹੀ ਹੈ, ਰਾਈਟ, ਬੋਲ ਕੁੜੱਤਣ ਪੈਦਾ ਕਰ ਰਹੇ ਨੇ। ਜਿਹੜੀ ਚੀਜ਼ ਮਨੁੱਖ ਦੇ ਅੰਦਰ ਕੂੜਿਆਰਾਪਣ ਪੈਦਾ ਕਰੇਗੀ ਉਹ ਬਾਹਰ ਕੁੜੱਤਣ ਪੈਦਾ ਕਰੇਗੀ, ਤੇ ਉਹ ਕਰਨੀ ਜਿਹੜੀ ਹੈ ਨਾ ਉਹ ਸੁੰਦਰ ਨਹੀਂ ਹੈ ਜੀ, ਉਹ ਕਰਮ ਸੁੰਦਰ ਨਹੀਂ ਹੈ। ਤੇ ਸੁੰਦਰ ਕਰਮ ਜਿਹੜੇ ਨੇ ਉਹ ਅੰਦਰੋਂ ਸਚਿਆਰੇਪਣ ਵਿੱਚੋਂ ਨਿਕਲਣਗੇ। ਮਨ ਨੀਵਾਂ ਹੋਏਗਾ, ਵਾਹਿਗੁਰੂ ਜੀ ਦੀ ਯਾਦ ਵਿੱਚ ਜਿਉਏਗਾ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਜਿਉਏਗਾ, ਤੇ ਉਹਦੇ ਜਿਹੜੇ ਕਰਮ ਹੋਣਗੇ, ਉਹਦਾ ਦੇਖਣਾ, ਉਹਦਾ ਬੋਲਣਾ, ਉਹਦਾ ਸੁਣਨਾ, ਉਹਦਾ ਬਿਹੇਵੀਅਰ। ਵੀਰ ਮੇਰੇ ਖਿਆਲ ਵਿੱਚ ਮੈਨੂੰ ਇਸ ਪਲੇਟਫਾਰਮ ਤੇ ਇਹ ਗੱਲ ਕਹਿਣ ਵਿੱਚ ਅੱਜ ਕੋਈ ਸੰਕੋਚ ਨਹੀਂ ਕਿ ਅੱਜ ਦੁਨੀਆ ਸਾਰੀਆਂ ਕੌਮਾਂ ਨੂੰ ਦੇਖ ਰਹੀ ਹੈ। ਆਪਾਂ ਜਿੱਥੇ ਰਹਿ ਰਹੇ ਹਾਂ ਵੈਸਟਰਨ ਕਲਚਰ ਵਿੱਚ, ਇਹਨਾਂ ਗੋਰਿਆਂ ਦੇ ਅੰਦਰ ਬਹੁਤ ਸਾਰੇ ਨਿਜ਼ਮ ਨੂੰ ਫੋਲੋ ਕਰਨ ਦੇ ਸੁੰਦਰ ਸਿਧਾਂਤ ਦੇਖ ਰਹੇ ਹੈ, ਤੇ ਅਸੀਂ ਕਿਧਰੇ ਨਾ ਕਿਧਰੇ ਬਿਹੇਵੀਅਰ ਵਿੱਚ ਮਾਰ ਨਹੀਂ ਖਾ ਰਹੇ। ਬਿਲਕੁਲ ਹੈ ਨਾ, ਇਹ ਗੱਲ ਰਿਫਲੈਕਟ ਨਹੀਂ ਹੋ ਰਿਹਾ ਸਾਡੇ ਕਰੈਕਟਰ ਵਿੱਚੋਂ, ਸਾਡੇ ਬਿਹੇਵੀਅਰ ਵਿੱਚੋਂ, ਜੋ ਸਾਡੀ ਸੋਚ ਹੈਗੀ ਉਹ ਨਜ਼ਰ ਨਹੀਂ ਆ ਰਹੀ। ਦੁਨੀਆ ਤੇ ਜਗ ਜ਼ਾਹਰ ਹੋ ਰਹੀ ਹੈ ਜੀ, ਉਹ ਜਿਹੜੀਆਂ ਸਾਰੀਆਂ ਬੈਡ ਹੈਬਿਟਸ ਨੇ। ਕਿਉਂ ਨੇ? ਕਿਉਂਕਿ ਕਰਨੀ ਸਾਰ ਹਾਲੇ ਨਹੀਂ ਬਣੀ। ਸਤਿਗੁਰੂ ਜੀ ਕਹਿੰਦੇ ਕਿ ਗੁਰੂ ਦੀ ਸੇਵਾ ਈਗੋ ਨੂੰ ਮੈਨੇਜ ਕਰਕੇ ਤੁਸੀਂ ਪਹਿਲਾਂ ਆਪਣੇ ਜੀਵਨ ਨੂੰ ਨਿਖਾਰਨਾ ਹੈ। ਠੀਕ, ਕੈਸਾ ਕਮਾਲ ਦਾ ਕਨਸੈਪਟ ਦਿੱਤਾ ਜੀ। ਹੁਣ ਇਸੇ ਵਿੱਚੋਂ ਹੀ ਗੁਰੂ ਸਾਹਿਬ ਖੁਸ਼ ਹੋਣਗੇ ਜੀ। ਆਪ ਜੀ ਨਾਲ ਮੈਂ ਇੱਕ ਹੋਰ ਵਿਚਾਰਨਾ ਚਾਹਾਂਗਾ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿੱਖ ਰਹਿਤ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜੀ, ਦਾ ਕੋਡ ਆਫ ਕੰਡਕਟ ਐਂਡ ਕਨਵੈਨਸ਼ਨਸ ਅਪਰੂਵਡ ਬਾਈ ਸ਼੍ਰੀ ਅਕਾਲ ਤਖਤ ਸਾਹਿਬ ਜੀ। ਇਸ ਵਿੱਚ ਇੱਕ ਤੀਸਰਾ ਚੈਪਟਰ ਹੈ ਸੇਵਾ। ਉਸ ਦਾ ਪਹਿਲਾਂ ਮੈਂ ਪੰਜਾਬੀ ਵਿੱਚ ਲਿਖੀ ਹੋਈ ਲਾਈਨ, ਸੇਵਾ ਸਿੱਖ ਧਰਮ ਦਾ ਇੱਕ ਉੱਘਾ ਅੰਗ ਹੈ। ਇਸ ਨੂੰ ਨਮੂਨੇ ਮਾਤਰ ਸਿਖਾਉਣ ਲਈ ਗੁਰਦੁਆਰਿਆਂ 'ਚ ਹੀ ਪ੍ਰਬੰਧ ਕੀਤਾ ਹੁੰਦਾ ਹੈ, ਸਿਖਾਉਣ ਲਈ। ਠੀਕ, ਇਹਦਾ ਇੰਗਲਿਸ਼ ਵਰਜ਼ਨ ਇਜ਼ ਵੈਰੀ ਨਾਈਸ। Voluntary service is a prominent part of Sikh religion. Right. Illustrative models of voluntary service are organized for imparting training in the gurdwaras. It means ਅਸੀਂ ਗੁਰਦੁਆਰੇ ਅੰਦਰ ਜਿਹੜੀ ਸੇਵਾ ਕਰ ਰਹੇ ਹਾਂ ਜੀ, that is training. ਠੀਕ, ਉਹ ਟ੍ਰੇਨਿੰਗ ਕੀ ਹੈ? ਉਹ ਟ੍ਰੇਨਿੰਗ ਹੈ ਰੱਬ ਦੀ ਸੇਵਾ ਕਰਨ ਵਾਸਤੇ। ਰੱਬ ਦੀ ਸੇਵਾ ਵਾਸਤੇ ਪਹਿਲਾਂ ਭਗਤ ਫਰੀਦ ਜੀ ਦਾ ਇੱਕ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1381 ਜੀ, ਪੇਜ ਨੰਬਰ 1381, ਭਗਤ ਫਰੀਦ ਜੀ ਦੇ ਸ਼ਲੋਕ ਚੱਲਦੇ ਨੇ। ਕਨਸੈਪਟ ਨੂੰ ਨਿਖਾਰਨ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣਾ ਸ਼ਲੋਕ ਲਿਖਿਆ। ਉੱਥੇ ਪਹਿਲਾ ਮੈਂਸ਼ਨ ਹੈ ਮਹੱਲਾ ਪੰਜਵਾਂ। ਇਹ ਪੰਕਤੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਨੇ, ਪਰ ਕਾਪੀਰਾਈਟ ਸਤਿਗੁਰੂ ਜੀ ਨੇ ਕਿਸੇ ਦਾ ਨਹੀਂ ਮਾਰਿਆ, ਪਰ ਸ਼ਬਦ ਫਰੀਦਾ ਵਰਤਿਆ। ਫਰੀਦਾ ਖਾਲਕ ਖਲਕ ਮਹਿ, ਖਲਕ ਬਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਠੀਕ, ਰੱਬ ਬੰਦਿਆਂ ਵਿੱਚ ਹੈ ਤੇ ਰੱਬ ਕੁਦਰਤ ਵਿੱਚ ਹੈ। ਹੁਣ ਰੱਬ ਦੀ ਸੇਵਾ ਗੁਰਬਾਣੀ ਅਨੁਸਾਰ ਕਿਵੇਂ ਕੀਤੀ ਜਾਵੇ? ਜੀ, ਜਿਸ ਵੀ ਕਰਮ ਦੇ ਨਾਲ ਕਿਸੇ ਦੀ ਲਾਈਫ ਦੇ ਵਿੱਚ ਇੰਪਰੂਵਮੈਂਟ ਹੁੰਦੀ ਹੈ ਜਾਂ ਬਿਊਟੀਫਾਈ ਹੁੰਦੀ ਹੈ, ਉਹਦੀ ਲਾਈਫ ਬਿਊਟੀਫਾਈ ਹੋ ਰਹੀ ਹੈ, ਜਾਂ ਤੁਹਾਡੇ ਕਿਸੇ ਕਰਮ ਦੇ ਨਾਲ ਕਿਸੇ ਦਾ ਫੈਮਿਲੀ ਕਲਚਰ, ਫੈਮਿਲੀ ਸਟਰਕਚਰ ਇੰਪਰੂਵ ਹੋ ਰਿਹਾ ਹੈ ਜਾਂ ਬਿਊਟੀਫਾਈ ਹੋ ਰਿਹਾ ਹੈ ਜੀ, ਕਿਸੇ ਬੱਚੇ ਦੀਆਂ ਆਦਤਾਂ ਨੂੰ ਤੁਸੀਂ ਇੰਪਰੂਵ ਕਰ ਰਹੇ ਹੋ ਜਾਂ ਉਸ ਨੂੰ ਬਿਊਟੀਫਾਈ ਕਰ ਰਹੇ ਹੋ, ਸਮਾਜ ਨੂੰ ਤੁਸੀਂ ਬਿਊਟੀਫਾਈ ਕਰ ਰਹੇ ਹੋ ਜਾਂ ਸਮਾਜ ਨੂੰ ਇੰਪਰੂਵ ਕਰ ਰਹੇ ਹੋ ਜੀ, everything सेवा फॉर गॉड। कैसा कमाल दा कॉन्सेप्ट है, बिल्कुल, कि इलस्ट्रेटिव मॉडल्स ने जी कि ਅਸੀਂ ਗੁਰਦੁਆਰਾ ਸਾਹਿਬ ਤੋਂ ਉਹ ਸਿੱਖ ਕੇ ਆ ਰਹੇ ਹਾਂ, ਤੇ ਜੇ ਸਿੱਖ ਕੇ ਆ ਰਹੇ ਹਾਂ, ਹਾਊ ਕੈਨ ਵੀ ਅਪਲਾਈ ਇਨ ਆਵਰ ਪ੍ਰੈਕਟੀਕਲ ਲਾਈਫ। ਬਿਲਕੁਲ ਜੀ, ਬੜੀ ਸੋਹਣੀ ਤੁਸੀਂ ਗੱਲ ਕੀਤੀ ਕਿ ਪਹਿਲਾਂ ਗੁਰੂ ਦੀ ਸੇਵਾ ਤੇ ਗੁਰੂ ਦਾ ਵਿਚਾਰ ਹੈਗਾ, ਸ਼ਬਦ ਦਾ ਵਿਚਾਰ ਹੈਗਾ, ਤੇ ਉਹੀ ਜਿਹੜੇ ਇਲਸਟ੍ਰੇਟਿਵ ਮਾਡਲ ਜਿਹਦੇ ਬਾਰੇ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਰਿਫਲੈਕਟ ਹੋਣਾ ਚਾਹੀਦਾ ਤੁਹਾਡੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ, ਆਊਟਸਾਈਡ ਦੇ ਗੁਰਦੁਆਰਾ, ਡੇਲੀ ਲਾਈਫ ਦੇ ਵਿੱਚ। ਹਾਂਜੀ, ਹੁਣ ਡੇਲੀ ਲਾਈਫ ਵਿੱਚ ਸਾਡਾ ਕੀ ਹੈ? ਸਾਡੀ ਪਰਸਨਲ ਲਾਈਫ ਹੈ ਜੀ, ਫਿਰ ਸਾਡੀ ਫੈਮਿਲੀ ਲਾਈਫ ਹੈ, ਫਿਰ ਸਾਡੀ ਸੋਸ਼ਲ ਲਾਈਫ ਹੈ, ਰਾਈਟ, ਉਸ ਤੋਂ ਬਾਅਦ ਸਾਡੀ ਕਮਿਊਨਿਟੀ ਦੀ ਲਾਈਫ ਹੈ। ਬਿਲਕੁਲ, ਪੰਥਕ ਦੇ ਵੀ ਅਸੀਂ, ਪੰਥਕ ਇੱਕ ਪਰਿਵਾਰ ਹੈ, ਅਸੀਂ ਪਰਿਵਾਰ ਦੇ ਵੀ ਇੱਕ ਮੈਂਬਰ ਹਾਂ ਜੀ, ਅਸੀਂ ਜਿਸ ਦੇਸ਼ ਵਿੱਚ ਰਹਿ ਰਹੇ ਹਾਂ ਉਸ ਦੇਸ਼ ਦੇ ਸਿਟੀਜ਼ਨ ਵੀ ਹਾਂ, ਤੇ ਜਿਸ ਰੱਬ ਦੀ ਬਣਾਈ ਕੁਦਰਤ ਦੇ ਵਿੱਚ ਅਸੀਂ ਇੱਕ ਫੁੱਲ ਹਾਂ, ਉਹਦੇ ਬਗੀਚੇ, ਗਲੋਬਲ ਸਿਟੀਜ਼ਨ ਆ ਉਹਦੇ, ਹਾਂ ਗਲੋਬਲ ਸਿਟੀਜ਼ਨ, ਰਾਈਟ। ਇਹ ਸਾਰੀ ਜ਼ਿੰਦਗੀ ਦੇ ਵਿੱਚ ਜੋ ਸੇਵਾ
ਕਿਵੇਂ ਕਰਨੀ ਹੈ ਗੁਰਬਾਣੀ ਦੇ ਕਨਸੈਪਟ ਰਾਹੀਂ ਜੀ ਸਾਨੂੰ ਸਤਿਗੁਰੂ ਜੀ ਨੇ ਆਪ ਕਰਕੇ ਦਿਖਾਇਆ। ਠੀਕ। ਪਹਿਲਾਂ ਆਪਾਂ ਉਹ ਮਾਡਲ ਆਪਣੇ ਸਾਹਮਣੇ ਰੱਖਾਂਗੇ, ਹੂੰ ਫਿਰ ਗੁਰਦੁਆਰਾ ਅੰਦਰ ਜਿਹੜੀ ਸੇਵਾ ਹੋ ਰਹੀ ਹੈ ਉਸ ਵਿੱਚੋਂ ਸਮਝ ਆਏਗੀ। ਜੀ ਸਤਿਗੁਰੂ ਜੀ ਨੇ ਕੀ ਕੀਤਾ, ਜਿੱਥੇ ਗਏ ਕੀ ਦੇਖਿਆ। ਅੱਜ ਦੇ ਸਮੇਂ ਵਾਂਗ ਵਾਟਰ ਸਿਸਟਮ ਕਿੱਥੇ ਸੀ, ਸ਼ਾਇਦ ਸਾਡੇ ਬੱਚੇ ਇਸ ਗੱਲ ਨੂੰ ਨਾ ਸਮਝ ਸਕਣ। ਪੁਰਾਤਨ ਸਮੇਂ 'ਚ ਆਪਾਂ ਛੋਟੇ ਛੋਟੇ ਹੁੰਦਿਆਂ ਜਿਨ੍ਹਾਂ ਨੇ ਵੀ ਪਿੰਡਾਂ ਦਾ ਜੀਵਨ ਬਤੀਤ ਕੀਤਾ ਉਹ ਜਾਣਦੇ ਨੇ, ਖਾਲੇ 'ਚੋਂ ਪਾਣੀ ਚੱਲਦਾ ਜੀ। ਖੇਤਾਂ, ਉਹ ਇਦਾਂ ਕਰਕੇ ਪਾਣੀ ਉਹੀ ਪੀ ਲੈਣਾ, ਹੂੰ ਹੈ ਨਾ। ਠੀਕ। ਕੋਈ ਸਿਸਟਮ ਨਹੀਂ ਸੀ, ਘਰਾਂ 'ਚ ਮਿੱਟੀ ਦੇ ਘੜੇ ਹੋਣੇ। ਹੂੰ ਕੁਝ ਇਲਾਕੇ ਐਸੇ ਸੀ ਜਿੱਥੇ ਪੀਣ ਨੂੰ ਪਾਣੀ ਨਹੀਂ ਸੀ। ਜੀ। ਤਾਂ ਸਤਿਗੁਰਾਂ ਨੇ ਕੀ ਕੀਤਾ ਸੀ, ਉੱਥੇ ਪਾਣੀ ਦੇ ਪਿਓ ਲਾਏ। ਠੀਕ। ਪਾਣੀ ਦੇ ਪਿਓ ਲਾਏ। ਹੂੰ ਦਿੱਲੀ ਗੁਰੂ ਨਾਨਕ ਦੇਵ ਸਾਹਿਬ ਜੀ ਗਏ। ਅੱਜ ਆਪਾਂ ਜਦੋਂ ਬਾਏ ਬੱਸ ਦਿੱਲੀ ਜਾਈਏ ਤੇ ਉੱਥੇ ਜਿਹੜਾ ਇੰਟਰਨੈਸ਼ਨਲ ਬੱਸ ਸਟੇਸ਼ਨ ਜਿਹੜਾ ਹੈ ਸਟਾਪ ਹੈ ਜੀ। ਉੱਥੇ ਜਾਈਏ ISBT, ਹੂੰ ਤਾਂ ਰਸਤੇ 'ਚ ਜਾਂਦਿਆਂ ਗੁਰਦੁਆਰਾ ਸਾਹਿਬ ਨਾਨਕ ਪਿਆਓ ਸਾਹਿਬ ਆਉਂਦਾ ਹੈ ਕਿਹਦੇ ਲਈ ਲਾਇਆ? ਜੀ, ਆਮ ਜਨਤਾ ਵਾਸਤੇ, ਲੋਕਾਂ ਲਈ। ਲੋਕਾਂ ਦੀ ਲੋੜ ਸੀ। ਉਸ ਲਾਉਣ ਨਾਲ ਹੋਇਆ ਕੀ, ਸਮਾਜ ਬਿਊਟੀਫਾਈ ਹੋਇਆ, ਰਾਈਟ। ਲੋਕਾਂ ਦਾ ਇੱਕ ਸਿਸਟਮ ਬਿਊਟੀਫਾਈ ਹੋ ਗਿਆ, ਉੱਥੇ ਇੱਕ ਇੰਪਰੂਵਮੈਂਟ ਹੋ ਗਈ। ਜਿਹੜੇ ਵਿਚਾਰੇ ਪਾਣੀ ਨਹੀਂ ਸੀ ਮਿਲਦਾ ਉਹਨਾਂ ਨੂੰ ਪਾਣੀ ਮਿਲ ਗਿਆ। ਇਸ ਨਾਲ ਰੱਬ ਖੁਸ਼ ਹੁੰਦਾ ਹੈ। ਉਸ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ। ਹੁਣ ਉਸ ਸਮੇਂ ਦੇ ਅੰਦਰ ਪਿੰਡਾਂ ਦੇ ਵਿੱਚ ਇੱਕ ਪ੍ਰੋਬਲਮ ਸੀ ਕਿ ਪਾਣੀ ਕੱਢਣ ਵਾਸਤੇ ਖੂਹ ਪੁੱਟੇ ਜਾਂਦੇ ਸਨ ਜੀ। ਤੇ ਲੋਕਾਂ ਦੇ ਅੰਦਰ ਜਾਤ ਪਾਤ ਦੀ ਨਫ਼ਰਤ ਸੀ। ਹੂੰ ਜਿਨ੍ਹਾਂ ਨੂੰ ਸ਼ੋਕਾਜ਼ ਨੀਵੀਂ ਜਾਤ ਵਾਲੇ ਕਹਿੰਦੇ, ਉਹ ਖੂਹ ਨਹੀਂ ਸੀ ਬਣਾ ਸਕਦੇ। ਹੂੰ ਬਣਾਉਂਦੇ ਸੀ, ਕਹਿੰਦੇ ਛੋਟਾ ਬਣਾਉਣਾ ਪੈ ਗਿਆ। ਉਹਨਾਂ ਦੇ ਵਿਚਾਰਿਆਂ ਦੀ ਖੂਹੀ, ਇਹਨਾਂ ਦਾ ਖੂਹ, ਰਾਈਟ। ਉਹਨਾਂ ਨੂੰ ਪਾਣੀ ਨਹੀਂ ਸੀ ਭਰਨ ਦਿੰਦੇ, ਜੀ। ਆਪ ਉੱਥੋਂ ਪੀਂਦੇ ਨਹੀਂ ਸੀ। ਠੀਕ। ਤੇ ਸ਼੍ਰੀ ਗੋਇੰਦਵਾਲ ਸਾਹਿਬ ਸਤਿਗੁਰੂ ਨੇ ਕੀ ਕੀਤਾ, ਪੌੜੀ ਸਾਹਿਬ ਬਣਾਈ। ਬਿਲਕੁਲ, ਬੋਲੀ ਸਾਹਿਬ ਬਣਾਈ। ਦੇਖੋ, ਲੋਕਾਂ ਦੀ ਸੋਚ ਇੰਪਰੂਵ ਕਰ ਦਿੱਤੀ। ਬਿਲਕੁਲ। ਹੁਣ ਗੁਰੂ ਸਾਹਿਬ ਦੇ ਪਿਆਰ ਵਿੱਚ, ਗੁਰੂ ਸਾਹਿਬ ਦੀ ਸ਼ਰਧਾ ਵਿੱਚ, ਚਾਹੇ ਕੋਈ ਉੱਚਾ ਹੈ ਚਾਹੇ ਕੋਈ ਨੀਵਾਂ ਹੈ, ਹੂੰ ਈਗੋ ਐਂਡ ਹੇਟ ਦੋਨੋਂ ਮੈਨੇਜ ਨਹੀਂ ਕਰ ਦਿੱਤੇ ਰਾਈਟ। ਸਤਿਗੁਰੂ ਜੀ ਨੇ। ਬਿਲਕੁਲ। ਈਗੋ ਵੀ ਮੈਨੇਜ ਕਰ ਦਿੱਤੀ ਤੇ ਹੇਟ ਵੀ ਮੈਨੇਜ ਕਰ ਦਿੱਤੀ। ਬਿਲਕੁਲ। ਠੀਕ ਹੈ। ਜਿੱਥੇ ਸਾਨੂੰ ਸਿਖਾਇਆ ਹੋਵੋ ਇਕੱਤਰ, ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹੈ ਨਾ, ਉੱਥੇ ਸਾਨੂੰ ਇੱਕ ਮਾਡਲ ਦਿਖਾ ਦਿੱਤਾ। ਰਾਈਟ। ਔਰ ਉਹਦੇ 'ਚ ਕੀ ਹੋਇਆ ਕਿ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਉੱਥੋਂ ਹੀ ਇਸ਼ਨਾਨ ਕਰ ਰਿਹਾ। ਬਿਲਕੁਲ ਜੀ, ਉਹ ਬਰਾਬਰਤਾ ਦਾ ਜਿਹੜਾ ਕਨਸੈਪਟ ਸੀ ਉਹ ਗੁਰੂ ਸਾਹਿਬ ਨੇ ਲਿਆ ਦਿੱਤਾ, ਇਹ ਸੋਚ ਵਿੱਚ ਬਿਠਾ ਦਿੱਤਾ ਤੇ ਉਹ ਇੱਕ ਐਗਜ਼ਾਮਪਲ ਜਿਹੜਾ ਸੀ ਉਹ ਸੁਸਾਇਟੀ ਵਿੱਚ ਨਜ਼ਰ ਵੀ ਆਇਆ। ਇਸੇ ਸੰਬੰਧ ਵਿੱਚ ਜੀ, ਕਿਉਂਕਿ ਸਮਾਂ ਨਹੀਂ ਆਗੇ ਦੇ ਰਿਹਾ ਕਿ ਹੋਰ ਗੱਲਬਾਤ ਕਰੀਏ, ਇਸ ਨੂੰ ਅਗਲੇ ਹਫਤੇ ਅਸੀਂ ਜ਼ਰੂਰ ਡਿਸਕਸ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਬਹੁਤ ਹੀ ਸਿੰਪਲ ਤਰੀਕੇ ਨਾਲ ਤੁਸੀਂ ਐਕਸਪਲੇਨੇਸ਼ਨ ਕਰ ਰਹੇ ਹੋ। ਆਸ ਕਰਨੇ ਕਿ ਇਸ ਨਾਲ ਸਾਡੇ ਜਿਹੜੇ ਦਰਸ਼ਕ ਨੇ ਜ਼ਰੂਰ ਬੈਨੀਫਿਟ ਲੈਣਗੇ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਲੇਕਿਨ ਇਸ ਸੀਰੀਜ਼ ਦੇ ਵਿੱਚ ਸੇਵਾ ਦਾ ਜਿਹੜਾ ਕਨਸੈਪਟ ਹੈ ਇਸ ਬਾਰੇ ਅਗਲੇ ਹਫਤੇ ਵੇਖਣਾ ਨਾ ਭੁੱਲਣਾ, ਕਿਉਂਕਿ ਭਾਈ ਸਾਹਿਬ ਨੇ ਹੋਰ ਬਹੁਤ ਮਹੱਤਵਪੂਰਨ ਵਿਸ਼ੇ ਜਿਹੜੇ ਨੇ ਸੇਵਾ ਨਾਲ ਜੁੜੇ ਹੋ ਉਸ ਨੂੰ ਛੇੜਨਾ ਹੈ। ਸੋ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। 604 603 7555 ਸਾਡਾ ਫੋਨ ਨੰਬਰ ਹੈ ਜੀ। ਫੀਡਬੈਕ ਜ਼ਰੂਰ ਦਿਆ ਕਰੋ ਤੇ ਉਸ ਦੇ ਨਾਲ ਹੀ ਧੰਨਵਾਦੀ ਅਸੀਂ ਆਪਣੇ ਸਪਾਂਸਰਸ ਅਤੇ ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਜੇਕਰ ਕਿਸੇ ਵਜ੍ਹਾ ਨਾਲ ਇਹ ਪ੍ਰੋਗਰਾਮ ਤੁਸੀਂ ਨਹੀਂ ਦੇਖ ਸਕੇ ਤਾਂ youtube.com/ਹਰਪ੍ਰੀਤ ਸਿੰਘ ਸ਼ੋਅ ਤੇ ਜਾ ਕੇ ਦੇਖ ਸਕਦੇ ਹੋ, ਜਾਂ ਫੇਸਬੁੱਕ ਦੇ ਉੱਤੇ ਵੀ facebook.com/ਹਰਪ੍ਰੀਤ ਸਿੰਘ ਸ਼ੋਅ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।